ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰ ਸੱਚਾ ਨਾਉ ਆਖ ਸੁਣਾਇਆ। ਗੁਰਮੂਰਤ ਸੱਚ ਥਾਉ ਧਿਆਨ ਧਰਾਇਆ। ਸਾਧ ਸੰਗਤ ਅਸਰਾਓ ਸੱਚ ਸੁਹਾਇਆ। ਦਰਗਹਿ ਸੱਚ ਨਿਆਓ ਹੁਕਮ ਚਲਾਇਆ। ਗੁਰਮੁਖ ਸੱਚ ਗਿਰਾਓ ਸ਼ਬਦ ਵਸਾਇਆ। ਮਿਟਿਆ ਗਰਭ ਗੁਆਓ ਗਰੀਬੀ ਛਾਇਆ। ਗੁਰਮਤਿ ਸੱਚ ਹਿਆਉ ਅਜਰ ਜਰਾਇਆ। ਤਿਸ ਬਲਿਹਾਰੇ ਜਾਓ ਸੋ ਭਾਣਾ ਪਾਇਆ। ਤਿਸ ਬਲਿਹਾਰੇ ਜਾਓ ਸੋ ਭਾਣਾ ਪਾਇਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਸ਼ਲ ਕਰੁਣਾ ਨਿਧਾਨ ਜੋਤੀ ਸਵੈਰੂਪ ਚਵਰ ਛਤਰ ਤਖਤ ਦੇ ਮਾਲਕ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰਗੱਦੀ 'ਤੇ ਬਿਰਾਜਮਾਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਵਿੱਚੋਂ ਆਪ ਜੀ ਨੇ 22ਵੀਂ ਵਾਰ ਦੀ 10ਵੀਂ ਪੌੜੀ ਦਾ ਪਾਠ ਸਰਵਣ ਕੀਤਾ ਹੈ। ਇਸ 10ਵੀਂ ਪੌੜੀ ਦੇ ਅੰਦਰ ਭਾਈ ਗੁਰਦਾਸ ਜੀ ਗੁਰਮੁਖ ਮਾਰਗ ਦਾ ਜ਼ਿਕਰ ਕਰਦੇ ਹੈ। ਜਿਹੜੇ ਗੁਰਮੁਖ ਹੁੰਦੇ ਹੈ ਉਹ ਸਦਾ ਹੀ ਗੁਰੂ ਸ਼ਬਦ ਦੇ ਵਿੱਚ ਲੀਨ ਰਹਿੰਦੇ ਹਨ। ਸਾਧ ਸੰਗਤ ਦੇ ਵਿੱਚ ਉਹਨਾਂ ਦਾ ਨਿਵਾਸ ਹੁੰਦਾ ਹੈ। ਸਦਾ ਹੀ ਗੁਰੂ ਦੇ ਸ਼ਬਦ ਦੇ ਨਾਲ ਪ੍ਰੀਤ ਕਰਦੇ ਹੈ। ਸੋ ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਸਰਵਣ ਕਰੀਏ ਜੀ। ਵਾਹਿਗੁਰੂ ਸਾਹਿਬ ਜੀ। ਸਤਿਗੁਰ ਸੱਚਾ ਨਾਉ ਆਖ ਸੁਣਾਇਆ। ਭਾਈ ਗੁਰਦਾਸ ਜੀ ਫਰਮਾਉਂਦੇ ਹੈ, ਸਤਿਗੁਰੂ ਜੀ ਨੇ ਅਕਾਲ ਪੁਰਖ ਪਰਮਾਤਮਾ ਦਾ ਸੱਚਾ ਨਾਮ ਆਖ ਕਰਕੇ ਸੁਣਾਇਆ ਹੈ। ਭਾਵ ਸਾਰਿਆਂ ਨੂੰ ਗੁਰੂ ਨੇ ਪਰਮਾਤਮਾ ਦੇ ਸੱਚੇ ਨਾਮ ਜਪਣ ਦਾ ਉਪਦੇਸ਼ ਦਿੱਤਾ ਹੈ। ਅਕਾਲ ਪੁਰਖ ਦਾ ਸੱਚਾ ਨਾਮ ਆਖ ਕੇ ਸੁਣਾਇਆ ਹੈ। ਭਾਈ ਗੁਰਸਿੱਖੋ, ਪਰਮਾਤਮਾ ਦਾ ਨਾਮ ਜਪਿਆ ਕਰੋ। ਨਾਮ ਜਪੋ ਮੇਰੇ ਸਾਜਨ ਸੈਨਾ, ਨਾਮ ਬਿਨਾ ਮੈਂ ਅਵਰ ਨਾ ਕੋਈ, ਵੱਡਾ ਭਾਗ ਗੁਰਮੁਖ ਹਰ ਲੈਣਾ। ਸੋ ਗੁਰੂ ਨੇ ਸਾਰਿਆਂ ਨੂੰ ਹੀ ਨਾਮ ਜਪਣ ਦਾ ਉਪਦੇਸ਼ ਦਿੱਤਾ ਹੈ। ਗੁਰਮੂਰਤ ਸੱਚ ਥਾਉ ਧਿਆਨ ਧਰਾਇਆ। ਗੁਰਮੂਰਤ, ਗੁਰੂ ਦੀ ਮੂਰਤੀ ਭਾਵ ਗੁਰੂ ਦਾ ਸਵਰੂਪ ਹੀ ਸੱਚਾ ਥਾਂ ਹੈ ਧਿਆਨ ਧਾਰਨ ਵਾਸਤੇ, ਅਥਵਾ ਧਿਆਨ ਧਰਾਇਆ। ਗੁਰ ਸਰੂਪ ਐਸਾ ਸੱਚਾ ਥਾਂ ਹੈ, ਗੁਰਮੁਖਾਂ ਨੇ
ਗੁਰੂ ਸਵਰੂਪ ਦਾ ਹੀ ਧਿਆਨ ਧਾਰਿਆ ਹੈ, ਸ਼ਬਦ ਵਿੱਚ ਲੀਨ ਰਹਿੰਦੇ ਹੈ। ਗੁਰੂ ਨੇ ਰਹਿਮਤ ਕਰਕੇ ਐਸੀ ਕਿਰਪਾ ਕੀਤੀ ਹੈ, ਗੁਰ ਸਵਰੂਪ ਦਾ ਧਿਆਨ ਗੁਰਮੁਖਾਂ ਨੂੰ ਧਰਾਇਆ ਹੈ। ਸਾਧ ਸੰਗਤ ਅਸਰਾਓ ਸੱਚ ਸੁਹਾਇਆ। ਸਾਧ ਸੰਗਤ ਇਹ ਸੱਚਾ ਆਸਰਾ ਹੈ ਔਰ ਇਹ ਸ਼ੋਭਨੀਕ ਹੈ। ਸੁਹਾਇਆ ਦਾ ਮਤਲਬ ਸ਼ੋਭਾ ਵਾਲਾ ਥਾਂ, ਸ਼ੋਭਨੀਕ ਹੈ। ਇੱਥੇ ਸਾਰਿਆਂ ਨੂੰ ਆਸਰਾ ਮਿਲਦਾ ਹੈ। ਜਿਹਨੂੰ ਕਿਤਿਓਂ ਕੋਈ ਆਸਰਾ ਨਾ ਮਿਲੇ, ਉਹ ਜਦੋਂ ਸਾਧ ਸੰਗਤ ਦੇ ਵਿੱਚ ਆ ਜਾਂਦਾ ਹੈ ਤਾਂ ਉਹਦੀ ਬਾਂਹ ਫੜੀ ਜਾਂਦੀ ਹੈ। ਦਰਗਹਿ ਸੱਚ ਨਿਆਓ ਹੁਕਮ ਚਲਾਇਆ। ਪਰਮਾਤਮਾ ਦੀ ਦਰਗਾਹ ਦੇ ਵਿੱਚ ਸੱਚਾ ਨਿਆਂ ਹੁੰਦਾ ਹੈ, ਹੁਕਮ ਚਲਾਇਆ। ਅਤੇ ਉੱਥੇ ਨਿਰੰਕਾਰ ਨੇ ਆਪਣਾ ਇੱਕ ਹੁਕਮ ਚਲਾਇਆ ਹੋਇਆ ਹੈ। ਕੋਈ ਉਹਦੇ ਹੁਕਮ ਤੋਂ ਬਾਹਰ ਨਹੀਂ ਹੈ, ਸਾਰੇ ਉਹਦੇ ਹੁਕਮ ਦੇ ਵਿੱਚ ਰਹਿੰਦੇ ਹੈ। ਪਰਮਾਤਮਾ ਦੀ ਦਰਗਾਹ ਦੇ ਵਿੱਚ ਸੱਚਾ ਨਿਆਂ ਹੈ। ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜੇ ਜਮਾਲਿਆ। ਉੱਥੇ ਸੱਚ ਦਾ ਨਿਬੇੜਾ ਹੁੰਦਾ ਹੈ। ਗੁਰਮੁਖ ਸੱਚ ਗਿਰਾਓ ਸ਼ਬਦ ਵਸਾਇਆ। ਗੁਰਮੁਖ ਸੱਚ ਗਿਰਾਓ। ਗਿਰਾਓ ਦਾ ਅਰਥ ਹੁੰਦਾ ਗ੍ਰਾਮ, ਪਿੰਡ। ਗੁਰਮੁਖਾਂ ਦਾ ਇਹ ਜੋ ਸਾਧ ਸੰਗਤ ਹੈ, ਇਹੀ ਸੱਚਾ ਪਿੰਡ ਹੈ। ਜਿਵੇਂ ਆਪਾਂ ਵੱਖ-ਵੱਖ ਨਗਰਾਂ ਵਿੱਚ ਵੱਸਦੇ ਹਾਂ, ਗੁਰਮੁਖਾਂ ਦਾ ਵਾਸਾ ਸਾਧ ਸੰਗਤ ਰੂਪੀ ਸੱਚੇ ਗ੍ਰਾਮ ਦੇ ਵਿੱਚ ਹੈ। ਸ਼ਬਦ ਵਸਾਇਆ, ਜਿੱਥੇ ਸਦਾ ਹੀ ਸ਼ਬਦ ਦਾ ਨਿਵਾਸ ਰਹਿੰਦਾ ਹੈ। ਨੀਕੀ ਸਾਧ ਸੰਗਾਨੀ ਪਹਿਰ ਮੂਰਤ ਪਲ ਗਾਵਤ ਗਾਵਤ, ਗੋਵਿੰਦ ਗੋਵਿੰਦ ਵਖਾਨੀ। ਜਿੱਥੇ ਸਦਾ ਗੋਬਿੰਦ ਦੇ ਗੁਣ ਗਾਏ ਜਾਂਦੇ ਹੈ, ਜਿੱਥੇ ਸ਼ਬਦ ਦਾ ਵਾਸਾ ਰਹਿੰਦਾ ਹੈ, ਸੋ ਇਹ ਗੁਰਮੁਖਾਂ ਦਾ ਪਿੰਡ ਹੈ, ਸੱਚਾ ਪਿੰਡ ਹੈ। ਮਿਟਿਆ ਗਰਭ ਗਵਾਓ ਗਰੀਬੀ ਛਾਇਆ। ਜਿਹੜਾ ਇਸ ਪਿੰਡ ਦਾ ਵਾਸੀ ਬਣ ਗਿਆ, ਸਾਧ ਸੰਗਤ ਦਾ ਵਾਸੀ ਜਿਹੜਾ ਵੀ ਬਣ ਗਿਆ, ਉਹਦੇ ਅੰਦਰੋਂ ਗਰਭ ਗੁਮਾਨ ਮਿਟ ਜਾਂਦਾ ਹੈ, ਉਹਦੇ ਅੰਦਰੋਂ ਹੰਕਾਰ ਦੂਰ ਹੋ ਜਾਂਦਾ ਹੈ ਔਰ ਗਰੀਬੀ ਉਹਦੇ ਹਿਰਦੇ ਵਿੱਚ ਛਾ ਜਾਂਦੀ ਹੈ। ਉਹਦੇ ਹਿਰਦੇ ਵਿੱਚ ਨਿਮਰਤਾ ਆ ਜਾਂਦੀ ਹੈ। ਗੁਰਮਤਿ ਸੱਚ ਹਿਆਓ ਅਜਰ ਜਰਾਇਆ। ਗੁਰਮਤਿ, ਗੁਰੂ ਦੀ ਮੱਤ ਹੈ ਜਿਹੜੀ, ਗੁਰੂ ਦੀ ਸਿੱਖਿਆ ਹੈ, ਇਹ ਸਦੀਵ ਕਾਲ ਵਾਸਤੇ ਸੱਚੀ ਹੈ। ਜਿਸ ਨੇ ਗੁਰੂ ਦੀ ਸਿੱਖਿਆ ਨੂੰ ਧਾਰਨ ਕੀਤਾ ਹੈ, ਉਹਨਾਂ ਦਾ ਹਿਰਦਾ ਸੱਚਾ ਬਣ ਗਿਆ। ਅਜਰ ਜਰਾਇਆ, ਅਤੇ ਅਜਰ ਨੂੰ ਉਹਨਾਂ ਨੇ ਜਰ ਲਿਆ ਹੈ। ਭਾਵ ਉਛਲਦੇ ਨਹੀਂ, ਰੱਬੀ ਰਹਿਮਤਾਂ ਨੂੰ ਪ੍ਰਾਪਤ ਕਰਕੇ ਨਿਮਰਤਾ ਗਰੀਬੀ ਵਿੱਚ ਰਹਿੰਦੇ ਹੈ। ਤਿਸ ਬਲਿਹਾਰੇ ਜਾਓ ਸੋ ਭਾਣਾ ਪਾਇਆ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਇਸੇ ਕਰਕੇ ਮੈਂ ਉਹਨਾਂ ਗੁਰਮੁਖਾਂ ਤੋਂ ਬਲਿਹਾਰ ਜਾਂਦਾ ਹਾਂ, ਕਿਉਂਕਿ ਉਹਨਾਂ ਨੂੰ ਰੱਬੀ ਭਾਣਾ ਚੰਗਾ ਲੱਗਦਾ ਹੈ। ਸੋ ਜਿਹੜਾ ਸਾਧ ਸੰਗਤ ਵਿੱਚ ਵੱਸਦਾ ਹੈ, ਹੰਕਾਰ ਨੂੰ ਦੂਰ ਕਰਕੇ ਨਿਮਰਤਾ ਵਿੱਚ ਆ ਗਿਆ, ਗੁਰੂ ਦੀ ਸਿੱਖਿਆ ਜਿਹਨੇ ਧਾਰਨ ਕੀਤੀ ਹੈ, ਮੈਂ ਉਸ ਤੋਂ ਸਦਾ ਕੁਰਬਾਨ ਅਤੇ ਬਲਿਹਾਰ ਜਾਂਦਾ ਹਾਂ ਗੁਰੂ ਪਿਆਰੇ ਤੋਂ। 11ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਗੁਰਮੁਖਾਂ ਦਾ ਹੀ ਜ਼ਿਕਰ ਕਰ ਰਹੇ ਹੈ। ਸੱਚੀ ਖਸਮ ਰਜਾਏ ਭਾਣਾ ਭਾਵਨਾ। ਜਿਹੜੇ ਗੁਰਮੁਖ ਹਨ, ਉਹ ਅਕਾਲ ਪੁਰਖ ਦੀ ਰਜਾ ਨੂੰ ਸੱਚ ਜਾਣਦੇ ਹੈ, ਉਹਦੇ ਹੁਕਮ ਨੂੰ ਸੱਚਾ ਜਾਣਦੇ ਹੈ। ਭਾਣਾ ਭਾਵਨਾ, ਅਤੇ ਰੱਬ ਦੇ ਭਾਣੇ ਨੂੰ ਪਸੰਦ ਕਰਦੇ। ਪਰਮੇਸ਼ਰ ਦਾ ਭਾਣਾ ਉਹਨਾਂ ਨੂੰ ਪਾਉਂਦਾ ਹੈ। ਸਤਿਗੁਰ ਪੈਰੀ ਪਾਏ ਆਪ ਗਵਾਵਣਾ। ਉਹ ਆਪਣੇ ਆਪ ਨੂੰ ਸਤਿਗੁਰੂ ਦੇ ਚਰਨੀ ਪਾਉਂਦੇ ਹੈ। ਮਹਾਰਾਜ ਦੇ ਚਰਨਾਂ 'ਤੇ ਆਪਣੇ ਆਪ ਨੂੰ ਪਾ ਕਰਕੇ
ਆਪ ਗਵਾਵਣਾ, ਆਪਣੇ ਅੰਦਰੋਂ ਆਪਾ ਭਾਵ ਗਵਾ ਦਿੰਦੇ ਹੈ। ਉਹਨਾਂ ਦੇ ਅੰਦਰ ਥੋੜ੍ਹੇ ਜਿੰਨਾ ਵੀ ਹੰਕਾਰ ਨਹੀਂ ਹੁੰਦਾ। ਗੁਰ ਚੇਲਾ ਪਰਚਾਏ ਮਨ ਪਤੀ ਆਵਣਾ। ਗੁਰ ਚੇਲਾ ਪਰਚਾਏ, ਅਤੇ ਜਿਹੜਾ ਚੇਲਾ ਨਾ ਉਹ ਸੇਵਾ ਕਰਕੇ ਗੁਰੂ ਨੂੰ ਪ੍ਰਸੰਨ ਕਰ ਲੈਂਦਾ ਹੈ। ਮਨ ਪਤੀ ਆਵਣਾ, ਜਿਸ ਕਰਕੇ ਗੁਰੂ ਦਾ ਮਨ ਪਤੀਜ ਜਾਂਦਾ, ਉਸ ਚੇਲੇ 'ਤੇ ਪ੍ਰਸੰਨ ਹੁੰਦਾ ਹੈ। ਅਥਵਾ ਗੁਰ ਚੇਲਾ ਪਰਚਾਏ, ਗੁਰੂ ਕੀ ਕਰਦਾ ਹੈ, ਚੇਲੇ ਨੂੰ ਪ੍ਰਸੰਨ ਕਰਦਾ ਹੈ, ਚੇਲੇ 'ਤੇ ਬਖਸ਼ਿਸ਼ਾਂ ਕਰਦਾ ਹੈ, ਅਤੇ ਫਿਰ ਉਹਦੇ ਮਨ ਨੂੰ ਪਤੀ ਆਵਣਾ ਭਰੋਸੇ ਵਿੱਚ ਲਿਆਉਂਦਾ ਹੈ। ਸਿੱਖ ਦਾ ਮਨ ਪੂਰਨ ਤੌਰ 'ਤੇ ਭਰੋਸੇ ਵਿੱਚ ਆ ਜਾਂਦਾ ਹੈ। ਗੁਰਮੁਖ ਸਹਿਜ ਸੁਭਾਏ ਅਲਖ ਲਖਾਵਣਾ। ਸੋ ਉਹ ਗੁਰੂ ਰਾਹੀਂ ਸਹਿਜ ਸੁਭਾਅ ਹੀ ਅਲਖ ਨੂੰ ਲਖ ਲੈਂਦਾ ਹੈ। ਅਲਖ ਜੋ ਪਰਮਾਤਮਾ ਹੈ ਉਸ ਨੂੰ ਜਾਣ ਲੈਂਦਾ ਹੈ। ਗੁਰਸਿੱਖ ਤਿਲ ਨਾ ਤਮਾਏ ਕਾਰ ਕਮਾਵਣਾ। ਗੁਰਸਿੱਖ ਦੇ ਅੰਦਰ ਤਿਲ ਜਿੰਨੀ ਵੀ ਤਮਾ ਨਹੀਂ ਹੁੰਦੀ। ਤਮਾ ਦਾ ਮਤਲਬ ਹੁੰਦਾ ਲਾਲਸਾ, ਲੋਭ। ਤਿਲ ਜਿੰਨਾ, ਜਿਵੇਂ ਤਿਲ ਦਾ ਦਾਣਾ ਕਿੰਨਾ ਛੋਟਾ ਹੁੰਦਾ ਹੈ, ਭਾਵ ਥੋੜ੍ਹਾ ਜਿੰਨਾ ਵੀ ਲੋਭ ਗੁਰਸਿੱਖ ਦੇ ਮਨ ਵਿੱਚ ਨਹੀਂ ਹੁੰਦਾ। ਕਾਰ ਕਮਾਵਣਾ, ਉਹ ਆਪਣੇ ਗੁਰੂ ਦੀ ਦੱਸੀ ਹੋਈ ਕਾਰ ਕਰਦਾ ਹੈ। ਜੋ ਕੰਮ, ਜੋ ਕਾਰਜ ਗੁਰੂ ਨੇ ਕਿਹਾ, ਉਸ ਕਾਰਜ ਨੂੰ ਕਮਾਉਂਦਾ ਹੈ। ਸ਼ਬਦ ਸੁਰਤ ਲਿਵ ਲਾਏ ਹੁਕਮ ਮਨਾਵਣਾ। ਸ਼ਬਦ ਸੁਰਤ ਦੇ ਵਿੱਚ ਲਿਵ ਲਾਉਂਦਾ ਹੈ ਔਰ ਗੁਰੂ ਦੇ ਹੁਕਮ ਨੂੰ ਮੰਨਣਾ ਕਰਦਾ ਹੈ। ਸ਼ਬਦ ਵਿੱਚ ਸਦਾ ਹੀ ਲਿਵ ਲਾ ਕੇ ਟਿਕਿਆ ਰਹਿੰਦਾ ਹੈ। ਹੁਕਮ ਮਨਾਵਣਾ, ਨਿਰੰਕਾਰ ਦੇ ਹੁਕਮ ਨੂੰ ਸਦਾ ਹੀ ਮੰਨਣਾ ਕਰਦਾ ਹੈ। 20 21 ਲੰਘਾਏ ਨਿਜ ਘਰ ਜਾਵਣਾ। 20 ਜੋ ਸੰਸਾਰ ਹੈ, ਸੰਸਾਰ ਦੇ ਝਮੇਲੇ ਨੇ, ਇਹਨਾਂ ਤੋਂ ਆਪਣੇ ਆਪ ਨੂੰ ਲੰਘਾ ਕਰਕੇ ਅੱਗੇ ਲਿਜਾ ਕੇ 21 ਇੱਕ ਈਸ਼ਵਰੀ ਗਿਆਨ ਦੁਆਰਾ ਉਹ ਸਹਿਜ ਘਰ ਦੇ ਵਿੱਚ ਸਵੈ ਸਰੂਪ ਦੇ ਵਿੱਚ ਸਦਾ ਲਈ ਚਲਿਆ ਜਾਂਦਾ ਹੈ। ਮਤਲਬ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਉਹਨਾਂ ਦਾ ਮਨ ਆਪਣੇ ਘਰ ਵਿੱਚ ਟਿਕ ਜਾਂਦਾ ਹੈ, ਭਟਕਦਾ ਨਹੀਂ ਹੈ। ਗੁਰਮੁਖ ਸੁਖ ਫਲ ਪਾਏ ਸਹਿਜ ਸਮਾਵਣਾ। ਸੋ ਇਸ ਤਰ੍ਹਾਂ ਗੁਰਮੁਖ ਸੁਖ ਫਲ ਪਾ ਕਰਕੇ ਸਹਿਜ ਵਿੱਚ ਸਮਾ ਜਾਂਦੇ ਹੈ। ਅਥਵਾ ਗੁਰਮੁਖਾਂ ਨੇ ਸੁਖ ਫਲ ਕਿਹੜਾ ਪਾਇਆ ਹੈ? ਸਹਿਜ ਸਮਾਵਣਾ। ਜੋ ਉਹ ਸਹਿਜ ਅਵਸਥਾ ਦੇ ਵਿੱਚ ਸਮਾਏ ਹੈ, ਸਹਿਜ ਅਵਸਥਾ ਵਿੱਚ ਟਿਕੇ ਹੈ, ਇਹੀ ਸੁਖ ਫਲ ਗੁਰਮੁਖਾਂ ਨੂੰ ਪ੍ਰਾਪਤ ਹੋਇਆ ਹੈ। 12ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ, ਇੱਕ ਗੁਰੂ ਇੱਕ ਸਿੱਖ ਗੁਰਮੁਖ ਜਾਣਿਆ। ਇਸ ਪੌੜੀ ਵਿੱਚ ਗੁਰੂ ਨਾਨਕ ਸਾਹਿਬ ਅਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜ਼ਿਕਰ ਕਰਦੇ ਨੇ। ਇੱਕ ਗੁਰੂ ਕੌਣ ਨੇ? ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ। ਇੱਕ ਸਿੱਖ, ਅਤੇ ਇੱਕ ਸਿੱਖ ਕੌਣ ਹਨ? ਸਤਿਗੁਰੂ ਗੁਰੂ ਅੰਗਦ ਦੇਵ ਮਹਾਰਾਜ ਜੀ। ਗੁਰਮੁਖ ਜਾਣਿਆ, ਗੁਰੂ ਅਤੇ ਸਿੱਖ, ਇਸ ਭੇਦ ਨੂੰ ਗੁਰਮੁਖਾਂ ਨੇ ਜਾਣਿਆ ਹੈ ਕਿ ਗੁਰੂ ਔਰ ਸਿੱਖ ਦੋਹਾਂ ਦੇ ਅੰਦਰ ਇੱਕੋ ਜਿਹੀ ਅਵਸਥਾ ਬਣੀ ਹੈ। ਭਾਈ ਲਹਿਣਾ ਸਿੱਖ ਹੈ, ਗੁਰੂ ਨਾਨਕ ਸਾਹਿਬ ਜੀ ਦਾ ਹਰ ਹੁਕਮ ਮੰਨਿਆ, ਕਦੇ ਵੀ ਗੁਰੂ ਦੇ ਹੁਕਮ ਤੋਂ ਬਾਹਰੀ ਨਹੀਂ ਰਹੇ, ਅਤੇ ਸਤਿਗੁਰੂ ਪ੍ਰਸੰਨ ਹੋਏ, ਤਰੁੱਠੇ ਗੁਰੂ ਨਾਨਕ ਦੇਵ ਜੀ ਅਤੇ ਗੁਰਤਾ ਗੱਦੀ ਦੀ ਦਾਤ ਬਖਸ਼ੀ। ਸੋ ਇੱਕ ਗੁਰੂ ਨਾਨਕ ਸਾਹਿਬ ਜੀ, ਇੱਕ ਸਿੱਖ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ। ਇਸ ਭੇਦ ਨੂੰ, ਉਹ ਭੇਦ ਕਿਹੜਾ ਕਿ ਜਿਹੜੀ ਪੂਰਨ ਅਵਸਥਾ ਹੈ ਨਾ ਗੁਰਸਿੱਖੀ ਦੀ, ਉਹ ਇਹਨਾਂ ਦੇ ਵਿੱਚ ਹੈ, ਗੁਰੂ ਦੇ ਵਿੱਚ ਵੀ ਅਤੇ ਸਿੱਖ ਭਾਈ ਲਹਿਣੇ ਦੇ ਵਿੱਚ, ਗੁਰੂ ਅੰਗਦ ਦੇਵ ਦੇ ਵਿੱਚ ਵੀ। ਪੂਰੀ ਗੁਰਸਿੱਖੀ ਦੀ ਅਵਸਥਾ ਇਹਨਾਂ ਦੇ ਵਿੱਚ ਹੈ। ਇਸ ਭੇਦ ਨੂੰ ਗੁਰਮੁਖਾਂ ਨੇ ਜਾਣਿਆ ਹੈ। ਗੁਰ ਚੇਲਾ ਗੁਰ ਸਿੱਖ ਸੱਚ ਸਮਾਣਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਗੁਰੂ ਅੰਗਦ ਦੇਵ ਜੀ
ਭਾਵੇਂ ਗੁਰ ਚੇਲਾ ਕਹਿ ਲਓ ਅਤੇ ਭਾਵੇਂ ਗੁਰੂ ਅਤੇ ਸਿੱਖ ਕਹਿ ਲਓ, ਗੱਲ ਇੱਕੋ ਹੀ ਹੈ। ਗੁਰੂ ਅਤੇ ਸਿੱਖ, ਗੁਰੂ ਅਤੇ ਚੇਲਾ ਇੱਕੋ ਹੀ ਗੱਲ ਹੈ। ਭਾਈ ਸਾਹਿਬ ਜੀ ਕਹਿੰਦੇ ਨੇ ਗੁਰ ਚੇਲਾ ਕਹੋ ਭਾਵੇਂ ਗੁਰੂ ਅਤੇ ਸਿੱਖ ਕਹੋ, ਇੱਕ ਹੀ ਗੱਲ ਹੈ। ਸੱਚ ਸਮਾਣਿਆ, ਸੋ ਦੋਵੇਂ ਇੱਕ ਰੂਪ ਹੋ ਕਰਕੇ ਸੱਚ ਦੇ ਵਿੱਚ ਸਮਾਏ ਹੈ। ਗੁਰੂ ਨਾਨਕ ਸਾਹਿਬ ਜੀ ਵੀ ਅਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਵੀ। ਸੋ ਸਤਿਗੁਰ ਸੋ ਸਿੱਖ ਸ਼ਬਦ ਵਖਾਣਿਆ। ਸੋ ਸਤਿਗੁਰ, ਸੋ ਸਤਿਗੁਰ ਤੋਂ ਭਾਵ ਉਹੀ ਸਤਿਗੁਰੂ ਗੁਰੂ ਨਾਨਕ ਦੇਵ ਜੀ, ਅਤੇ ਸੋ ਸਿੱਖ ਦਾ ਮਤਲਬ ਉਹ ਸਿੱਖ ਗੁਰੂ ਅੰਗਦ ਦੇਵ ਮਹਾਰਾਜ ਜੀ। ਸ਼ਬਦ ਵਖਾਣਿਆ, ਸੋ ਦੋਹਾਂ ਨੇ ਸ਼ਬਦ ਨੂੰ ਵਖਾਣਿਆ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਸ਼ਬਦ ਰਾਹੀਂ ਗੁਰਸਿੱਖੀ ਨੂੰ ਪ੍ਰਫੁੱਲਤ ਕੀਤਾ। ਗੁਰਤਾ ਗੱਦੀ ਮਿਲੀ। ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਸ਼ਬਦ ਰਾਹੀਂ ਗੁਰਸਿੱਖੀ ਨੂੰ ਪ੍ਰਫੁੱਲਤ ਕੀਤਾ ਹੈ। ਗੁਰੂ ਨੇ ਵੀ ਅਤੇ ਅੱਗੋਂ ਸਿੱਖ ਨੇ ਗੁਰੂ ਬਣ ਕੇ ਸ਼ਬਦ ਨੂੰ ਵਖਾਣਿਆ ਹੈ। ਅਚਰਜ ਭੂਤ ਭਵਿੱਖ ਸੱਚ ਸੁਹਾਣਿਆ। ਅਚਰਜ ਭੂਤ ਭਵਿੱਖ, ਭੂਤ ਭੂਤਕਾਲ ਕਹਿੰਦੇ ਜੋ ਲੰਘਿਆ ਸਮਾਂ ਹੈ, ਅਤੇ ਭਵਿੱਖ ਆਉਣ ਵਾਲਾ ਸਮਾਂ। ਸੋ ਜੋ ਸਮਾਂ ਲੰਘ ਚੁੱਕਿਆ ਉਸ ਦੇ ਵਿੱਚ ਵੀ ਗੁਰੂ ਨਾਨਕ ਦੇਵ ਮਹਾਰਾਜ, ਗੁਰੂ ਅੰਗਦ ਦੇਵ ਜੀ ਅਸਚਰਜ ਰੂਪ ਸਨ, ਔਰ ਭਵਿੱਖ ਕਾਲ ਦੇ ਵਿੱਚ ਵੀ ਅਸਚਰਜ ਰੂਪ ਹੋਣਗੇ, ਕਿਉਂਕਿ ਸਤਿਗੁਰੂ ਦਾ ਸ਼ਬਦ ਉਸੇ ਤਰ੍ਹਾਂ ਜਿਵੇਂ ਪਹਿਲਾਂ ਬਰਕਤਾਂ ਕਰਦਾ ਸੀ, ਅੱਜ ਵੀ ਬਰਕਤਾਂ ਰਹਿਮਤਾਂ ਕਰ ਰਿਹਾ ਹੈ। ਸੋ ਭੂਤ ਕਾਲ ਵਿੱਚ ਵੀ, ਭਵਿੱਖ ਕਾਲ ਵਿੱਚ ਅਤੇ ਹੁਣ ਵੀ ਅਸਚਰਜ ਰੂਪ ਹਨ ਸਤਿਗੁਰੂ ਜੀ। ਸੱਚ ਸੁਹਾਣਿਆ, ਔਰ ਸੱਚ ਕਰਕੇ ਸਤਿਗੁਰੂ ਜੀ ਸ਼ੋਭਾ ਪਾਉਂਦੇ ਹੈ। ਸੱਚੇ ਸ਼ਬਦ ਕਰਕੇ ਸਦਾ ਹੀ ਗੁਰੂ ਦੀ ਸ਼ੋਭਾ ਹੈ, ਗੁਰੂ ਦੇ ਸ਼ਬਦ ਦੀ ਸ਼ੋਭਾ ਹੈ। ਲੇਖ ਅਲੇਖ ਅਲੇਖ ਮਾਣ ਨਿਮਾਣਿਆ। ਗੁਰੂ ਨਾਨਕ ਦੇਵ ਮਹਾਰਾਜ ਜੀ ਅਤੇ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਜੀ ਲੇਖ ਅਲੇਖ, ਲੇਖੇ ਤੋਂ ਅਲੇਖ ਹਨ। ਲੇਖੇ ਵਿੱਚ ਨਹੀਂ ਆਉਂਦੇ, ਕਿਸੇ ਹਿਸਾਬ ਕਿਤਾਬ ਵਿੱਚ ਨਹੀਂ ਗੁਰੂ ਆ ਸਕਦਾ। ਅਲੇਖ ਅਤੇ ਲਿਖਣ ਤੋਂ ਰਹਿਤ ਹਨ। ਲਿਖਤ ਵਿੱਚ ਵੀ ਗੁਰੂ ਸਾਹਿਬ ਜੀ ਨਹੀਂ ਆ ਸਕਦੇ। ਜੇ ਕੋਈ ਕਵੇ ਵੀ ਮੈਂ ਲਿਖ ਕੇ ਗੁਰੂ ਦੀਆਂ ਪੂਰਨ ਤੌਰ 'ਤੇ ਸਿਫਤਾਂ ਕਰ ਲਵਾਂ, ਗੁਰੂ ਦੀਆਂ ਪੂਰਨ ਤੌਰ 'ਤੇ ਵਡਿਆਈਆਂ ਕਰ ਲਵਾਂ, ਤਾਂ ਸਾਰੀਆਂ ਵਡਿਆਈਆਂ ਨਹੀਂ ਲਿਖੀਆਂ ਜਾ ਸਕਦੀਆਂ। ਗੁਰੂ ਅਲਿਖ ਹੈ। ਮਾਣ ਨਿਮਾਣਿਆ, ਅਤੇ ਗੁਰੂ ਸਾਹਿਬ ਜੀ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲੇ, ਜਿਹੜੇ ਨਿਮਾਣੇ ਹੋ ਕੇ ਰਹਿੰਦੇ ਹੈ ਉਹਨਾਂ ਨੂੰ ਬਹੁਤ ਵੱਡਾ ਮਾਣ ਬਖਸ਼ਦੇ ਹੈ। ਸਮਸਰ ਅੰਮ੍ਰਿਤ ਵੇਖ ਨਾ ਆਵਣ ਜਾਣਿਆ। ਸੋ ਗੁਰੂ ਐਸੀ ਅਵਸਥਾ ਦੇ ਵਿੱਚ ਵਿਚਰਦਾ ਹੈ। ਸਮਸਰ ਅੰਮ੍ਰਿਤ ਵੇਖ, ਸਮਸਰ ਦਾ ਅਰਥ ਹੁੰਦਾ ਬਰਾਬਰ। ਉਹਨਾਂ ਨੂੰ ਅੰਮ੍ਰਿਤ ਅਤੇ ਵਿਖ ਜ਼ਹਿਰ ਬਰਾਬਰ ਹੈ। ਨਾ ਆਵਣ ਜਾਣਿਆ, ਨਾ ਗੁਰੂ ਆਉਣ ਵਿੱਚ, ਨਾ ਜਾਣ ਵਿੱਚ ਹੈ, ਨਾ ਜੰਮਣ ਵਿੱਚ ਹੈ, ਨਾ ਮਰਨ ਦੇ ਵਿੱਚ ਹੈ। ਗੁਰੂ ਜੰਮਣ ਮਰਨ ਤੋਂ ਮੁਕਤ ਹੈ। ਗੁਰੂ ਜਨਮ ਮਰਨ ਦੇ ਵਿੱਚ ਨਹੀਂ ਆਉਂਦਾ। ਸੋ ਅੰਮ੍ਰਿਤ ਅਤੇ ਜ਼ਹਿਰ ਇਹ ਦੋਵੇਂ ਗੁਰੂ ਦੀ ਦ੍ਰਿਸ਼ਟੀ ਦੇ ਵਿੱਚ ਸਮ ਬਰਾਬਰ ਹਨ। ਭਾਵ ਇਹ ਹੈ ਵੀ ਜਿਹੜੇ ਅੰਮ੍ਰਿਤ ਸਤੋਗੁਣੀ ਲੋਕ ਨੇ, ਔਰ ਦੂਜਾ ਵਿਖ ਜਿਹੜੇ ਤਮੋ ਗੁਣੀ ਲੋਕ ਹਨ, ਗੁਰੂ ਜੀ ਦੀ ਨਜ਼ਰ ਦੇ ਵਿੱਚ ਇੱਕੋ ਜਿਹੇ ਨੇ। ਸਤੋਗੁਣੀ ਲੋਕਾਂ 'ਤੇ ਵੀ ਗੁਰੂ ਰਹਿਮਤਾਂ ਬਖਸ਼ਿਸ਼ਾਂ ਕਰਦਾ ਹੈ, ਅਤੇ ਤਮੋ ਗੁਣੀ ਵਾਲੇ ਜਦੋਂ ਉਹ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਆ ਜਾਂਦੇ ਆ, ਗੁਰੂ ਸਾਹਿਬ ਜੀ ਉਹਨਾਂ 'ਤੇ ਵੀ ਕਿਰਪਾ ਕਰਦੇ ਹੈ, ਬਖਸ਼ਿਸ਼ ਕਰਦੇ ਹੈ। ਨੀਸਾਣਾ ਹੋਏ ਲਿਖ ਹੱਦ ਨੀਸਾਣਿਆ। ਨੀਸਾਣਾ, ਨਿਸ਼ਾਨ ਦਾ ਮਤਲਬ ਹੁੰਦਾ ਪ੍ਰਗਟ। ਨੀਸਾਣਾ ਹੋਏ ਲਿਖ, ਗੁਰੂ ਸਾਹਿਬ ਜੀ ਪ੍ਰਗਟ ਹੋ ਕੇ ਹਰੀ ਦਾ ਜਸ ਲਿਖਦੇ ਹੈ। ਹੱਦ ਨੀਸਾਣਿਆ, ਔਰ ਉਸ ਉਪਦੇਸ਼ ਨੂੰ, ਉਸ ਜਸ ਨੂੰ ਸਤਿਗੁਰੂ ਨੇ ਆਪ ਧਾਰਨ ਕੀਤਾ ਹੈ। ਹੱਦ ਨੀਸਾਣਿਆਂ ਦਾ ਮਤਲਬ ਹੈ ਮਹਾਰਾਜ ਜੀ ਬਹੁਤ ਹੀ ਜ਼ਿਆਦਾ ਪ੍ਰਗਟ ਹੋ ਜਾਂਦੇ ਆ, ਹਰੀ ਦਾ ਜਸ ਲਿਖਦੇ, ਚੌਹਾਂ ਕੁੰਟਾਂ ਦੇ ਵਿੱਚ ਵਿਦਿਤ ਹੋ ਜਾਂਦੇ ਹੈ।
ਗੁਰੂ ਦਾ ਪਰਮਾਤਮਾ ਦਾ ਜਸ ਲਿਖਿਆ। ਗੁਰੂ ਨਾਨਕ ਸਾਹਿਬ ਜੀ ਨੇ ਵੀ ਬਾਣੀ ਉਚਾਰਨ ਕੀਤੀ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵੀ। ਤੋ ਇਸ ਤਰ੍ਹਾਂ ਰੱਬੀ ਜਸ ਲਿਖ ਕੇ ਸ਼ਬਦ ਉਚਾਰ ਕੇ ਸਤਿਗੁਰੂ ਨੇ ਪ੍ਰਗਟ ਕੀਤਾ ਹੈ। ਨੀਸਾਣਾ ਮਤਲਬ ਪ੍ਰਗਟ ਕੀਤਾ, ਹੱਦ ਨੀਸਾਣਿਆ। ਔਰ ਸਤਿਗੁਰੂ ਹੱਦ ਬਹੁਤ ਜ਼ਿਆਦਾ ਨੀਸਾਣਿਆ ਪ੍ਰਗਟ ਹੋ ਗਏ। ਚੌਹਾਂ ਕੁੰਟਾਂ ਦੇ ਲੋਕ ਗੁਰੂ ਸਾਹਿਬ ਦੇ ਚਰਨਾਂ 'ਤੇ ਆ ਕੇ ਨਿਉਂਦੇ ਐ, ਝੁਕਦੇ ਐ, ਸਤਿਗੁਰੂ ਮਿਹਰਾਂ ਕਰੋ, ਬਖਸ਼ਿਸ਼ਾਂ ਕਰੋ। ਗੁਰ ਸਿੱਖ ਹੋ ਗੁਰ ਸਿੱਖ ਹੋਏ ਹੈਰਾਣਿਆ। ਤੇ ਜਿਹੜੇ ਗੁਰਸਿੱਖ ਨੇ, ਹੋਰ ਜਿੰਨੇ ਗੁਰਸਿੱਖ ਨੇ, ਉਹ ਹੈਰਾਨ ਨੇ ਸਾਰੇ। ਕਿਹੜੀ ਗੱਲ ਤੋਂ? ਗੁਰ ਸਿੱਖ ਹੋ, ਉਹ ਇਸ ਗੱਲ ਤੋਂ ਹੈਰਾਨ ਨੇ ਵੀ ਸਿੱਖ ਤੋਂ ਗੁਰੂ ਬਣ ਗਏ ਭਾਈ ਲਹਿਣਾ ਜੀ। ਭਾਈ ਲਹਿਣਾ ਜੀ ਸਿੱਖ ਸਨ, ਘਾਲਣਾ ਘਾਲ ਕੇ ਗੁਰੂ ਪਦਵੀ 'ਤੇ ਪਹੁੰਚ ਗਏ। ਸੋ ਸਿੱਖ ਤੋਂ ਗੁਰੂ ਤੱਕ ਦਾ ਸਫ਼ਰ ਕਰ ਲਿਆ, ਭਾਵ ਸਿੱਖ ਤੋਂ ਗੁਰੂ ਰੂਪ ਬਣ ਗਏ। ਇਸ ਲਈ ਇਹ ਵੇਖ ਕੇ ਗੁਰਸਿੱਖ ਸਾਰੇ ਹੈਰਾਨ ਹੋ ਗਏ ਕਿ ਗੁਰੂ ਕਿੱਡੀ ਵੱਡੀ ਬਖਸ਼ਿਸ਼ ਕਰਦਾ ਹੈ ਵੀ ਇਸ ਇੱਕ ਸਿੱਖ ਨੂੰ ਆਪਣੀ ਪਦਵੀ 'ਤੇ ਪਹੁੰਚਾ ਦਿੰਦਾ ਹੈ। ਸੋ ਇਸ ਲਈ ਗੁਰਸਿੱਖ ਹੈਰਾਨ ਹਨ। ਅਗਲੀ 13ਵੀਂ ਪੌੜੀ ਵਿੱਚ ਭਾਈ ਗੁਰਦਾਸ ਸਾਹਿਬ ਜੀ ਗੁਰਮੁਖਾਂ ਦਾ ਜ਼ਿਕਰ ਕਰਦੇ ਹੈ, ਔਰ ਗੁਰਮੁਖਾਂ ਦੀ ਜੋ ਚਰਨ ਧੂੜ ਉਹਦਾ ਕਿੰਨਾ ਤੇਜ ਪ੍ਰਤਾਪ ਹੈ, ਇਹਦਾ ਜ਼ਿਕਰ ਕਰ ਰਹੇ ਨੇ। ਪਿਰਮ ਪਿਆਲਾ ਪੂਰ ਅਪਿਓ ਪੀਆਵਣਾ। ਸੋ ਜਿਨ੍ਹਾਂ ਨੇ ਪਿਆਰੇ ਦੇ ਪ੍ਰੇਮ ਪਿਆਲੇ ਨੂੰ, ਪਿਆਰੇ ਦੇ ਪ੍ਰੇਮ ਪਿਆਲੇ, ਅੰਮ੍ਰਿਤ ਪਿਆਲੇ ਨੂੰ ਭਰ ਕੇ ਪੀਣਾ ਕੀਤਾ ਹੈ। ਪਿਰਮ ਪਿਆਲਾ, ਪ੍ਰੇਮ ਪਿਆਲਾ, ਪੂਰਾ ਭਰਿਆ ਹੋਇਆ, ਅਪਿਓ ਅੰਮ੍ਰਿਤ ਦਾ, ਪੀਆਵਣਾ। ਜਿਨ੍ਹਾਂ ਨੇ ਅੰਮ੍ਰਿਤ ਦੇ ਪ੍ਰੇਮ ਪਿਆਲੇ ਭਰੇ ਹੋਏ ਨੂੰ ਪੀਣਾ ਕੀਤਾ ਹੈ। ਮਹਿਰਮ ਹੱਕ ਹਜੂਰ ਅਲਖ ਲਖਾਵਣਾ। ਉਹਨਾਂ ਨੇ ਹੱਕ ਕਹਿੰਦੇ ਜੋ ਸੱਚਾ ਹੈ ਪ੍ਰਮਾਤਮਾ, ਹਜੂਰ ਹਾਜ਼ਰ ਨਾਜ਼ਰ ਸਾਰੀਆਂ ਥਾਵਾਂ 'ਤੇ। ਉਹਨਾਂ ਨੇ ਸਾਰੀਆਂ ਥਾਵਾਂ 'ਤੇ ਹਾਜ਼ਰ ਨਾਜ਼ਰ ਸੱਚੇ ਪ੍ਰਮਾਤਮਾ ਦੇ ਮਹਿਰਮ ਭੇਦ ਨੂੰ ਜਾਣ ਲਿਆ। ਮਹਿਰਮ ਕਹਿੰਦੇ ਦਿਲ ਦਾ ਭੇਤੀ। ਜਿਨ੍ਹਾਂ ਨੇ ਪ੍ਰੇਮ ਪਿਆਲਾ ਪੀਤਾ, ਸੱਚੇ ਨੂੰ ਹਾਜ਼ਰ ਨਾਜ਼ਰ ਜਾਣ ਲਿਆ, ਅਲੱਖ ਨੂੰ ਲੱਖ ਲਿਆ, ਤੇ ਉਹਦੇ ਮਹਿਰਮ ਬਣ ਗਏ। ਉਹਦਾ ਭੇਤ, ਉਹਦੀ ਵਾਕਫੀਅਤ ਹੋ ਗਈ ਪ੍ਰਮਾਤਮਾ ਦੀ, ਜਿਨ੍ਹਾਂ ਪ੍ਰੇਮ ਪਿਆਲਾ ਪੀਤਾ ਹੈ। ਘਟ ਅਵ ਘਟ ਭਰਪੂਰ ਹਿਰਦੈ ਸਮਾਵਣਾ। ਪ੍ਰੇਮ ਪਿਆਲੇ ਨੂੰ ਪੀ ਕੇ ਉਹਨਾਂ ਗੁਰਮੁਖਾਂ ਨੇ ਇਹ ਗੱਲ ਸਮਝ ਲਈ, ਜਾਣ ਲਈ ਹੈ ਕਿ ਘਟਾਂ ਅਵ ਘਟਾਂ ਦੇ ਵਿੱਚ ਪਰਮਾਤਮਾ ਪਰਿਪੂਰਨ ਹੈ। ਹਿਰਦੈ ਸਮਾਵਣਾ, ਔਰ ਉਹ ਹਰੇਕ ਦੇ ਹਿਰਦੇ ਦੇ ਵਿੱਚ ਸਮਾਇਆ ਹੋਇਆ ਹੈ, ਹਰੇਕ ਦੇ ਹਿਰਦੇ ਵਿੱਚ ਵਸਦਾ ਹੈ। ਸਭ ਮਹਿ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮਹਿ ਚਾਨਣ ਹੋਏ। ਉਹ ਜਾਣ ਲੈਂਦੇ ਹੈ। ਬੀਅਹੁ ਹੋਏ ਅੰਗੂਰ ਸੁਫਲ ਸਮਾਵਣਾ। ਤੇ ਬੀਜ ਜਿਹੜਾ ਨਾ, ਬੀਜ ਉਹਦੇ ਤੋਂ ਅੰਗੂਰ ਫੁੱਟਦਾ ਹੈ, ਤੇ ਫਿਰ ਫਲਦਾਰ ਰੁੱਖ ਬਣਦਾ ਵੱਡਾ ਹੋ ਕੇ, ਤੇ ਫਿਰ ਉਹਦੇ ਵਿੱਚ ਸਮਾ ਜਾਂਦਾ ਹੈ। ਭਾਵ ਇਹ ਹੈ ਵੀ ਗੁਰੂ ਰੂਪ ਬੀਜ ਅੰਗੂਰ ਬਣ ਕੇ ਫੁੱਟਦਾ ਹੈ, ਤੇ ਫਿਰ ਸਫਲ ਦਰਖਤ ਬਣਦਾ ਹੈ। ਗੁਰੂ ਰੂਪ ਬੀਜ ਅੰਗੂਰ ਬਣ ਕੇ ਫੁੱਟਿਆ, ਗੁਰੂ ਤੋਂ ਅਨੇਕਾਂ ਗੁਰਸਿੱਖਾਂ ਨੇ ਗੁਰਸਿੱਖੀ ਧਾਰਨ ਕੀਤੀ, ਤੇ ਫਿਰ ਗੁਰੂ ਰੂਪ ਬੀਜ ਜਦੋਂ ਫਲਦਾਰ ਬਣ ਕੇ ਫਲਿਆ, ਗੁਰੂ ਤੇ ਅਨੇਕਾਂ ਗੁਰਸਿੱਖ ਵਾਹਿਗੁਰੂ ਦੇ ਵਿੱਚ ਸਮਾਏ ਅਭੇਦ ਹੋਏ ਹੈ। ਇਹ ਗੱਲ ਗੁਰਮੁਖਾਂ ਨੇ ਜਾਣੀ ਹੈ। 52 ਹੋਏ ਠਰੂਰ ਮਹਿ ਮਹਿਕਾਵਣਾ। ਜਿਹੜੇ ਗੁਰਮੁਖ ਨੇ ਉਹ 52 ਚੰਦਨ ਦੇ ਵਾਂਗ, ਠਰੂਰ ਦਾ ਅਰਥ ਹੁੰਦਾ ਠਰੇ, ਸ਼ੀਤਲ, ਠੰਡੇ ਹੁੰਦੇ। ਭਾਵ ਉਹਨਾਂ ਦਾ ਸ਼ੀਤਲਤਾ ਵਾਲਾ ਸੁਭਾਅ ਹੁੰਦਾ ਹੈ। ਮਹਿ ਮਹਿਕਾਵਣਾ, ਤੇ ਜਿਵੇਂ ਚੰਦਨ ਉਹਦੇ ਨੇੜੇ ਜਿੰਨੀ ਬਨਸਪਤੀ ਹੁੰਦੀ ਹੈ ਸਾਰੀ ਸੁਗੰਧਿਤ ਹੋ ਜਾਂਦੀ, ਉਸ ਬਨਸਪਤੀ ਨੂੰ ਉਹ ਸੁਗੰਧਿਤ ਕਰ ਦਿੰਦਾ ਚੰਦਨ।
ਕਹਿੰਦੇ ਇਸੇ ਤਰ੍ਹਾਂ ਜਿਹੜੇ ਗੁਰਮੁਖ ਹਨ ਉਹ ਆਪਣੇ ਨੇੜੇ ਰਹਿਣ ਵਾਲਿਆਂ ਨੂੰ ਵੀ ਭਗਤੀ ਦੀ ਸੁਗੰਧੀ ਨਾਲ ਸੁਗੰਧਿਤ ਕਰ ਦਿੰਦੇ ਹੈ। ਉਹ ਵੀ ਰੱਬ ਦੀ ਬੰਦਗੀ ਇਬਾਦਤ ਵਾਲੇ ਬਣ ਜਾਂਦੇ ਹੈ। ਐਸਾ ਗੁਣ ਹੁੰਦਾ ਗੁਰਮੁਖਾਂ ਦੇ ਵਿੱਚ। ਉਹ ਆਪਣੀ ਸੀਤਲਤਾ ਨਹੀਂ ਛੱਡਦੇ। ਕਬੀਰ ਸੰਤ ਨਾ ਛਾੜੈ ਸੰਤਈ, ਜੋ ਕੋਟਕ ਮਿਲ ਹੈ ਅਸੰਤ, ਮਲਿਆਗਰ ਭੁਯੰਗਮ ਵਿਡਿਓ, ਤਾਂ ਸੀਤਲਤਾ ਨਾ ਤਜੰਤ। ਚੰਨਣ ਨੂੰ, ਚੰਦਨ ਜਿਹੜਾ ਨਾ ਉਹਨੂੰ ਜ਼ਹਿਰੀਲੇ ਸੱਪ ਵੀ ਆ ਕੇ ਚੰਬੜ ਜਾਂਦੇ ਹੈ, ਪਰ ਚੰਦਨ ਆਪਣੀ ਸੀਤਲਤਾ ਨਹੀਂ ਛੱਡਦਾ, ਆਪਣਾ ਗੁਣ ਨਹੀਂ ਛੱਡਦਾ। ਇਸੇ ਤਰ੍ਹਾਂ ਗੁਰਮੁਖ ਆਪਣੇ ਸ਼ੁਭ ਗੁਣਾਂ ਦਾ ਕਦੇ ਤਿਆਗ ਨਹੀਂ ਕਰਦੇ। ਭਾਵੇਂ ਸੱਪਾਂ ਦੀ ਨਿਆਈ ਜ਼ਹਿਰੀ ਲੋਕ, ਕ੍ਰੋਧੀ ਲੋਕ ਵੀ ਆ ਕੇ ਮਿਲਣ, ਉਹ ਆਪਣੇ ਗੁਣ ਨੂੰ ਸਦਾ ਹੀ ਹੋਰਾਂ ਦੇ ਤਾਈਂ ਵੰਡਦੇ ਰਹਿੰਦੇ ਹੈ। ਸੋ ਜਿਵੇਂ ਚੰਦਨ ਮਹਿਕਾਉਂਦਾ ਨਾ ਹੋਰ ਬਨਸਪਤੀ ਨੂੰ, ਉਹ ਵੀ ਸਾਰਿਆਂ ਨੂੰ ਭਗਤੀ ਦੇ ਨਾਲ ਮਹਿਕਾਉਂਦੇ ਹੈ, ਸੁਗੰਧਿਤ ਕਰਦੇ ਹੈ। ਚੰਦਨ ਚੰਦ ਕਪੂਰ ਨਾ ਮੇਲ ਮਿਲਾਵਣਾ, ਇਹ ਤਿੰਨੇ ਚੀਜ਼ਾਂ ਠੰਡੀਆਂ ਨੇ। ਚੰਦਨ ਵੀ ਠੰਡਾ ਹੈ, ਇਸੇ ਕਰਕੇ ਵੇਖੋ ਪਹਿਲੋਂ ਚੰਦਨ ਦਾ ਲੇਪ ਮੱਥੇ 'ਤੇ ਲਾਇਆ ਜਾਂਦਾ ਸੀ। ਚੰਦਨ ਠੰਡਾ ਹੈ। ਚੰਦ ਅਤੇ ਚੰਦਰਮਾ ਉਹਦੀਆਂ ਕਿਰਨਾਂ ਵੀ ਠੰਡੀਆਂ ਹਨ। ਕਪੂਰ ਅਤੇ ਕਪੂਰ ਵੀ ਠੰਡਾ ਹੁੰਦਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਇਹ ਤਿੰਨੇ ਹੀ ਸ਼ੀਤਲ ਹਨ। ਚੰਦਨ, ਚੰਦਰਮਾ ਅਤੇ ਕਪੂਰ ਨਾ ਮੇਲ ਮਿਲਾਵਣਾ। ਫਿਰ ਵੀ ਇਹ ਗੁਰਮੁਖਾਂ ਦੇ ਮੇਲ ਵਿੱਚ ਨਹੀਂ ਮਿਲ ਸਕਦੇ। ਇਹ ਗੁਰਮੁਖਾਂ ਦੀ ਬਰਾਬਰੀ ਨਹੀਂ ਕਰ ਸਕਦੇ। ਨਾ ਚੰਦਨ ਗੁਰਮੁਖ ਦੀ ਬਰਾਬਰੀ ਕਰ ਸਕਦਾ, ਨਾ ਚੰਦਰਮਾ ਅਤੇ ਨਾ ਹੀ ਕਪੂਰ। ਗੁਰਮੁਖ ਉੱਤਮ ਹਨ, ਗੁਰਮੁਖ ਮਹਾਨ ਹਨ। ਸੋ ਗੁਰਮੁਖ ਨਾਮ ਦੇ ਪ੍ਰਤਾਪ ਕਰਕੇ ਉਹ ਅੰਦਰੋਂ ਸ਼ੀਤਲ ਹੋਏ ਨੇ। ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਾਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਚੰਦਨ ਜਿਹੜਾ ਨਾ ਉਹ ਬੰਦੇ ਦੇ ਅੰਦਰੋਂ ਵਿਕਾਰਾਂ ਦੀ ਤਪਸ਼ ਨਹੀਂ ਦੂਰ ਕਰ ਸਕਦਾ। ਚੰਦਰਮਾ ਬਾਹਰੀ ਤੌਰ 'ਤੇ ਠੰਡਕ ਦੇ ਸਕਦਾ, ਪਰ ਮਨੁੱਖ ਦੇ ਅੰਦਰੋਂ ਕ੍ਰੋਧ ਦੀ ਅੱਗ ਨਹੀਂ ਦੂਰ ਕਰ ਸਕਦਾ। ਸਰਦ ਰੁੱਤ ਜਿਹੜੀ ਹੈ ਉਹ ਸਰੀਰ ਕਰਕੇ ਹੀ ਸਾਨੂੰ ਠੰਡਿਆਂ ਕਰਦੀ ਹੈ, ਪਰ ਤਪਦੇ ਹੋਏ ਮਨ ਨੂੰ ਠੰਡੀ ਨਹੀਂ ਕਰਦੀ। ਪਰਮਾਤਮਾ ਦਾ ਨਾਮ ਹੈ ਜੋ ਤਪਦੇ ਹੋਏ ਹਿਰਦਿਆਂ ਨੂੰ ਸ਼ਾਂਤ ਕਰ ਦਿੰਦਾ, ਠੰਡਿਆਂ ਕਰ ਦਿੰਦਾ। ਸੋ ਭਾਈ ਗੁਰਦਾਸ ਜੀ ਕਹਿੰਦੇ ਚੰਦਨ ਚੰਦ ਅਤੇ ਕਪੂਰ ਇਹ ਗੁਰਮੁਖਾਂ ਦੀ ਬਰਾਬਰੀ ਨਹੀਂ ਕਰ ਸਕਦੇ। ਸਸੀਅਰ ਅੰਦਰ ਸੂਰ ਤਪਤ ਬੁਝਾਵਣਾ, ਅਤੇ ਸੂਰਜ ਦੇ ਵਾਂਗੂ ਜਿਨ੍ਹਾਂ ਦੇ ਹਿਰਦੇ ਤਪਦੇ ਨੇ, ਜਿਵੇਂ ਸੂਰਜ ਤਪਦਾ ਨਾ, ਇਸੇ ਤਰ੍ਹਾਂ ਇਹ ਹਿਰਦਾ ਈਰਖਾ ਦੀ ਅੱਗ ਨਾਲ, ਤ੍ਰਿਸ਼ਨਾ ਦੀ ਅੱਗ ਦੇ ਨਾਲ, ਵਿਕਾਰਾਂ ਦੀ ਅੱਗ ਨਾਲ ਤਪਦਾ ਹੈ। ਜਿਹੜੇ ਗੁਰਮੁਖ ਨੇ, ਗੁਰਮੁਖ ਪਿਆਰੇ, ਉਹ ਇਸ ਤਪਦੇ ਹੋਏ ਹਿਰਦੇ ਨੂੰ ਚੰਦਰਮਾ ਦੇ ਵਾਂਗੂ ਠੰਡਾ ਕਰ ਦਿੰਦੇ ਹੈ। ਤਪਤ ਬੁਝਾਵਣਾ, ਉਹ ਹਿਰਦੇ ਵਿੱਚੋਂ ਤਪਸ਼ ਨੂੰ, ਵਿਕਾਰਾਂ ਦੀ, ਈਰਖਾ ਦੀ, ਤ੍ਰਿਸ਼ਨਾ ਦੀ ਤਪਸ਼ ਨੂੰ ਬੁਝਾ ਦਿੰਦੇ ਹੈ, ਮੇਟ ਦਿੰਦੇ ਹੈ, ਅਤੇ ਚੰਦਰਮਾ ਵਾਂਗੂ ਹਿਰਦੇ ਨੂੰ ਠੰਡਾ ਕਰ ਦਿੰਦੇ ਹੈ। ਚਰਨ ਕਵਲ ਦੀ ਧੂਰ ਮਸਤਕ ਲਾਵਣਾ। ਭਾਈ ਗੁਰਦਾਸ ਜੀ ਕਹਿੰਦੇ ਐਸੇ ਜਿਹੜੇ ਗੁਰਮੁਖ ਪਿਆਰੇ ਹੈ ਨਾ, ਉਹਨਾਂ ਦੇ ਚਰਨਾਂ ਦੀ ਧੂੜ ਮੱਥੇ 'ਤੇ ਲਾਉਣੀ ਚਾਹੀਦੀ ਹੈ। ਜਿਹੜੇ ਨਾਮ ਜਪ ਕੇ ਸ਼ੀਤਲ ਹੋ ਗਏ, ਜਿਨ੍ਹਾਂ ਦੇ ਅੰਦਰ ਵਿਕਾਰਾਂ ਦੀ ਤਪਸ਼ ਨਹੀਂ ਹੈ, ਜੋ ਸ਼ਾਂਤ ਚਿੱਤ ਆਤਮਾ ਨੇ, ਐਸੇ ਗੁਰਮੁਖਾਂ ਦੀ ਚਰਨ ਧੂੜ ਮਸਤਕ 'ਤੇ ਲਾਈਏ। ਤੇਰਿਆਂ ਸੰਤਾਂ ਜਾਚੋਂ ਚਰਨ ਰੇਣ, ਹੇ ਨਿਰੰਕਾਰ ਤੇਰੇ ਨਾਮ ਜਪਣ ਵਾਲੇ ਸੰਤ ਜਨਾਂ ਦੀ ਮੈਂ ਚਰਨ ਧੂੜ ਮੰਗਦਾ ਹਾਂ। ਲੈ ਮਸਤਕ ਲਾਵੋਂ ਕਰ ਕਿਰਪਾ ਦੇਣ, ਉਹਨਾਂ ਦੀ ਚਰਨ ਧੂੜ ਮੈਂ ਮੱਥੇ 'ਤੇ ਲਾਵਾਂ, ਕਿਰਪਾ ਕਰਕੇ ਉਹਨਾਂ ਦੀ ਚਰਨ ਧੂੜ ਬਖਸ਼ੋ। ਕਾਰਨ ਲਖ ਅੰਕੂਰ ਕਰਨ ਕਰਾਵਣਾ, ਅਤੇ ਗੁਰਮੁਖਾਂ ਦੀ ਜੋ ਚਰਨ ਧੂੜੀ ਹੈ ਇਹ ਲੱਖਾਂ ਹੀ ਅੰਗੂਰਾਂ ਦਾ ਕਾਰਨ ਬਣਦੀ। ਜਿਵੇਂ ਬੀਜ ਪੁੰਗਰਦਾ ਨਾ, ਬੀਜ ਦੇ ਵਿੱਚੋਂ ਬੀਜ ਪੁੰਗਰ ਕੇ ਬਾਹਰ ਨਿਕਲਦਾ, ਫਿਰ ਉਹ ਫਲਦਾਰ ਰੁੱਖ ਬਣਦਾ ਹੈ। ਇਸੇ ਤਰ੍ਹਾਂ ਗੁਰਮੁਖਾਂ ਦੀ ਜਿਹੜੀ ਚਰਨ ਧੂੜ ਹੈ ਨਾ, ਉਹ ਲੱਖਾਂ ਹੀ ਅੰਗੂਰਾਂ ਦਾ ਕਾਰਨ ਬਣਦੀ ਹੈ।
ਮਤਲਬ ਉਹਨਾਂ ਗੁਰਮੁਖਾਂ ਦੀ ਚਰਨ ਸ਼ਰਨ ਦੇ ਵਿੱਚੋਂ ਅਨੇਕਾਂ ਨੂੰ ਗੁਰਸਿੱਖੀ ਦੀ ਦਾਤ ਮਿਲਦੀ ਹੈ। ਅਨੇਕਾਂ ਪ੍ਰੇਮਾਂ ਭਗਤੀ ਦੇ ਰਸਤੇ 'ਤੇ ਚੱਲ ਪੈਂਦੇ ਨੇ ਉਹਨਾਂ ਦੀ ਸੰਗਤ ਕਰਕੇ, ਉਹਨਾਂ ਦੇ ਚਰਨਾਂ ਦੀ ਧੂੜ ਵਿੱਚ ਰਹਿ ਕਰਕੇ। ਧਣੀ ਵਿਹੂਣਾ ਪਾਟ ਪਟੰਬਰ ਭਾਹੀ ਸੇਤੀ ਜਾਲੇ, ਧੂੜੀ ਵਿੱਚ ਲੁਡੰਦੜੀ ਸੋਹਾ ਨਾਨਕ ਤੈ ਸਹਿ ਨਾਲੇ। ਇਹ ਚਰਨ ਧੂੜ ਦਾ ਪ੍ਰਤਾਪ ਹੈ। ਸੋ ਲੱਖਾਂ ਹੀ ਅੰਗੂਰਾਂ ਦਾ ਉਹ ਕਾਰਨ ਬਣਦੀ ਹੈ ਜੋ ਅਨੇਕਾਂ ਹੀ ਕਾਰਜ ਕਰਦੀ ਹੈ। ਵਜਨ ਅਨਹਦ ਤੂਰ ਜੋਤ ਜਗਾਵਣਾ। ਅਤੇ ਐਸੇ ਜਿਹੜੇ ਗੁਰਮੁਖ ਪਿਆਰੇ ਨੇ ਉਹਨਾਂ ਦੇ ਅੰਦਰ ਅਨਹਦ ਵਾਜੇ ਵੱਜ ਪੈਂਦੇ ਹੈ ਔਰ ਉਹਨਾਂ ਦੇ ਅੰਦਰ ਰੱਬੀ ਜੋਤ ਜਗ ਪੈਂਦੀ ਹੈ। ਪ੍ਰਭੂ ਦੇ ਪਿਆਰ ਦੇ ਵਿੱਚ ਉਹ ਸਦਾ ਹੀ ਭਿੱਜੇ ਰਹਿੰਦੇ ਹੈ। ਅਗਲੀ 14ਵੀਂ ਪੌੜੀ ਵਿੱਚ ਗੁਰਮੁਖਾਂ ਦੇ ਹੀ ਤੇਜ ਪ੍ਰਤਾਪ ਦਾ ਭਾਈ ਗੁਰਦਾਸ ਜੀ ਜ਼ਿਕਰ ਕਰ ਰਹੇ ਹਨ। ਇੱਕ ਕਵਾਓ ਅਤੋਲ ਕੁਦਰਤ ਜਾਣੀਐ। ਪਰਮਾਤਮਾ ਦਾ ਜੋ ਇੱਕ ਕਵਾਓ ਬੋਲ ਹੈ, ਜੋ ਉਹਦਾ ਵਾਕ ਜਿਹਦੇ ਤੋਂ ਉਹਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ, ਇੱਕ ਕਵਾਓ ਅਤੋਲ। ਇਹ ਜਿਹੜਾ ਪਰਮਾਤਮਾ ਦਾ ਇੱਕ ਵਾਕ ਹੈ ਇਹ ਤੋਲਣ ਤੋਂ ਬਾਹਰਾ ਹੈ, ਦੱਸਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ। ਕੁਦਰਤ ਜਾਣੀ ਹੈ ਅਤੇ ਇਸੇ ਤਰ੍ਹਾਂ ਉਹਦੀ ਇਹ ਪੈਦਾ ਕੀਤੀ ਹੋਈ ਕੁਦਰਤ ਇਹ ਵੀ ਅਤੋਲ ਹੈ। ਇਹਨੂੰ ਵੀ ਬੁੱਧੀ ਰੂਪ ਤੱਕੜੀ ਵਿੱਚ ਪਾ ਕੇ ਅਤੇ ਵਿਚਾਰ ਦੇ ਵੱਟੇ ਪਾ ਕੇ ਤੋਲਿਆ ਨਹੀਂ ਜਾ ਸਕਦਾ। ਕਿੰਨਾ ਕੁ ਸਮਝੇਗਾ ਬੰਦਾ ਜੋ ਕੁਝ ਉਹਨੇ ਬਣਾਇਆ, ਸੂਰਜ ਚੰਦਰ ਤਾਰੇ, ਕਿੰਨੀਆਂ ਕੁ ਆਕਾਸ਼ ਗੰਗਾਵਾਂ ਨੇ, ਕਈ ਕੁਝ ਹੈ, ਇਹ ਤੋਲਿਆ ਨਹੀਂ ਜਾ ਸਕਦਾ। ਓਅੰਕਾਰ ਅਬੋਲ ਚੋਜ ਵਿਡਾਣੀ ਹੈ। ਓਅੰਕਾਰ ਹੈ ਨਾ ਜੋ ਅਬੋਲ, ਬੋਲ ਕੇ ਪੂਰਨ ਤੌਰ 'ਤੇ ਉਹਦੇ ਬਾਰੇ ਨਹੀਂ ਦੱਸਿਆ ਜਾ ਸਕਦਾ। ਬੋਲਣ ਤੋਂ ਉਹ ਬਾਹਰ ਹੈ, ਬਚਨਾਂ ਤੋਂ ਬਾਹਰ ਹੈ। ਚੋਜ ਵਿਡਾਣੀ ਹੈ, ਉਹ ਅਸਚਰਜ ਚੋਜ ਕੌਤਕਾਂ ਨੂੰ ਕਰਨ ਵਾਲਾ ਹੈ। ਉਹਦੇ ਚੋਜ ਜਿਹੜੇ ਨੇ ਅਸਚਰਜ ਰੂਪ ਨੇ, ਬੜੇ ਅਸਚਰਜ ਨੇ। ਪਰਮਾਤਮਾ ਦੇ ਚੋਜ ਤਰ੍ਹਾਂ ਤਰ੍ਹਾਂ ਦੀ ਉਹਨੇ ਕੁਦਰਤ ਬਨਸਪਤੀ ਪੈਦਾ ਕੀਤੀ ਹੈ। ਕਿਤੇ ਪਾਣੀ ਹੈ, ਕਿਤੇ ਦਰਿਆ ਨੇ, ਪਹਾੜ ਨੇ, ਕਿੰਨਾ ਕੁਝ ਪਰਮਾਤਮਾ ਨੇ ਬਣਾਇਆ ਹੈ। ਨਿੰਮ ਉਹ ਕੌੜੀ ਹੈ, ਅੰਗੂਰਾਂ ਦੀ ਵੇਲ ਮਿੱਠੀ ਹੈ। ਉਹਦੀਆਂ ਜੜ੍ਹਾਂ ਦੇ ਵਿੱਚ ਕਿਸੇ ਨੇ ਖੰਡ ਘੋਲ ਕੇ ਥੋੜ੍ਹੀ ਪਾਈ ਹੈ ਜੋ ਅੰਗੂਰ ਮਿੱਠੇ ਨੇ, ਅਤੇ ਨਿੰਮ ਦੀਆਂ ਜੜ੍ਹਾਂ 'ਚ ਖੰਡ ਘੋਲ ਕੇ ਪਾਈ ਜਾਓ, ਇਹਨੇ ਮਿੱਠੀ ਨਹੀਂ ਹੋ ਜਾਣਾ। ਸੁਭਾਅ ਬਨਸਪਤੀ ਦੇ ਵੀ ਵੱਖੋ ਵੱਖਰੇ ਨਿਰੰਕਾਰ ਨੇ ਬਣਾਏ ਆ, ਅਸਚਰਜ ਕੌਤਕ ਨੇ ਉਸ ਦੇ। ਲੱਖ ਦਰਿਆਵ ਅਲੋਲ ਪਾਣੀ ਆਣੀਐ। ਅਤੇ ਲੱਖਾਂ ਹੀ ਦਰਿਆ ਅੰਮ੍ਰਿਤ ਰੂਪ ਪਾਣੀ ਨਾਲ ਪ੍ਰਭੂ ਨੇ ਭਰੇ ਹੋਏ ਆ, ਇਹ ਲਿਆਂਦੇ ਆ ਸੰਸਾਰ ਵਿੱਚ। ਔਰ ਇਸੇ ਹੀ ਤਰ੍ਹਾਂ ਲੱਖਾਂ ਜਿਹੜੇ ਗੁਰੂ ਕੇ ਸਿੱਖ ਨੇ ਨਾਮ ਅੰਮ੍ਰਿਤ ਦੇ ਨਾਲ ਭਰੇ ਹੋਏ ਹੈ। ਹੀਰੇ ਲਾਲ ਅਮੋਲ ਗੁਰ ਸਿੱਖ ਜਾਣੀਐ। ਜਿਵੇਂ ਹੀਰੇ ਲਾਲ ਜਵਾਹਰਾਤ ਜਿਹੜੇ ਅਮੋਲਕ ਨੇ, ਇਸੇ ਤਰ੍ਹਾਂ ਜਿਹੜੇ ਗੁਰੂ ਕੇ ਸਿੱਖ ਨੇ ਉਹ ਵੀ ਹੀਰੇ ਲਾਲਾਂ ਵਾਂਗ ਅਮੋਲਕ ਹਨ। ਗੁਰਸਿੱਖਾਂ ਦਾ ਕੋਈ ਮੁੱਲ ਨਹੀਂ। ਗੁਰਸਿੱਖਾਂ ਦੇ ਵਿੱਚ ਰੱਬੀ ਗੁਣ ਹਨ। ਗੁਰੂ ਨੇ ਗੁਰਸਿੱਖਾਂ ਦੇ ਹਿਰਦੇ ਵਿੱਚ ਗੁਣ ਬਖਸ਼ਿਸ਼ ਕੀਤੇ ਹੈ, ਜਿਸ ਕਰਕੇ ਹੀਰੇ ਲਾਲਾਂ ਵਾਂਗ ਅਮੋਲਕ ਹਨ ਗੁਰੂ ਕੇ ਸਿੱਖ ਜਾਣੇ ਜਾਂਦੇ। ਗੁਰਮਤਿ ਅਚਲ ਅਡੋਲ ਪਤ ਪਰਵਾਣੀਐ। ਜਿਨ੍ਹਾਂ ਨੇ ਗੁਰੂ ਦੀ ਮੱਤ ਧਾਰਨ ਕੀਤੀ ਹੈ ਉਹ ਅਚਲ ਹੋ ਗਏ, ਸਦਾ ਲਈ ਟਿਕ ਗਏ। ਅਡੋਲ ਉਹ ਡੋਲਦੇ ਨਹੀਂ, ਅਤੇ ਉਹਨਾਂ ਦੀ ਹੀ ਪਤ ਇੱਜ਼ਤ ਰੱਬ ਦੇ ਦਰ 'ਤੇ ਪ੍ਰਵਾਨ ਹੁੰਦੀ ਹੈ। ਗੁਰਮੁਖ ਪੰਥ ਨਿਰੋਲ ਸੱਚ ਸੁਹਾਣੀਐ। ਗੁਰਮੁਖਾਂ ਦਾ ਜਿਹੜਾ ਪੰਥ ਰਸਤਾ ਹੈ ਉਹ ਨਿਰੋਲ ਵੱਖਰਾ ਹੈ। ਸੰਸਾਰ ਦੇ ਲੋਕਾਂ ਦਾ ਰਾਹ ਵੱਖਰਾ ਹੈ, ਗੁਰਮੁਖਾਂ ਦਾ ਵੱਖਰਾ ਹੈ। ਇਸੇ ਕਰਕੇ ਭਗਤਾਂ ਤੈਸੈ ਸਾਰੀਆਂ ਜੋੜ ਕਦੇ ਨਾ ਆਇਆ। ਭਗਤਾਂ ਦਾ ਅਤੇ ਸੰਸਾਰ ਦੇ ਲੋਕਾਂ ਦੀ ਘਾਟ ਹੀ ਬਣਦੀ ਆਪਸ ਵਿੱਚ। ਉਹਨਾਂ ਦਾ ਰਾਹ ਵੱਖਰਾ ਹੈ। ਸੱਚ ਸੁਹਾਣੀ ਹੈ, ਅਤੇ ਸੱਚੇ ਨਾਮ ਨੂੰ ਜਪ ਕੇ ਗੁਰਮੁਖ ਸ਼ੋਭਾ ਵਾਲੇ ਬਣੇ ਹੈ। ਉਹਨਾਂ ਦਾ ਸੱਚਾ ਅਤੇ ਸ਼ੋਭਾ ਵਾਲਾ ਰਸਤਾ ਹੈ। ਸਾਇਰ ਲੱਖ ਟੰਡੋਲ ਸ਼ਬਦ ਨੀਸਾਣੀਐ।
ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਲੱਖਾਂ ਜਿਹੜੇ ਸ਼ਾਇਰ ਨੇ, ਕਾਵ ਰਚਨਾ ਕਰਨ ਵਾਲੇ, ਲੱਖਾਂ ਹੀ ਕਵੀਆਂ ਨੂੰ ਲੱਭਿਆ ਸ਼ਬਦ ਨਿਸ਼ਾਨੀ ਹੈ, ਪਰ ਸ਼ਬਦ ਦੀ ਨਿਸ਼ਾਨੀ ਵਾਲੇ ਜਿਹੜੇ ਨੇ ਨਾ ਉਹੀ ਪੂਰਨ ਨੇ। ਲੱਖਾਂ ਕਵੀ ਭਾਵੇਂ ਜਿੰਨੀਆਂ ਮਰਜ਼ੀ ਕਵਿਤਾਵਾਂ ਲਿਖਦੇ ਰਹੇ, ਜਿਹੜੇ ਸ਼ਬਦ ਨਾਲ, ਗੁਰੂ ਦੇ ਸ਼ਬਦ ਨਾਲ ਜੁੜ ਗਏ, ਜਿਨ੍ਹਾਂ ਨੇ ਗੁਰੂ ਦੇ ਸ਼ਬਦ ਨਾਲ ਜੁੜ ਕੇ ਜੀਵਨ ਨੂੰ ਸਵਾਰ ਲਿਆ, ਉਹੀ ਪੂਰਨ ਹਨ। ਉਹੀ ਸੰਸਾਰ ਦੇ ਵਿੱਚ ਨਿਰੰਕਾਰ ਦੀ ਦਰਗਾਹ ਦੇ ਵਿੱਚ ਮਾਣ ਸਤਿਕਾਰ ਆਦਰ ਪਾਉਂਦੇ ਹੈ। ਸ਼ਬਦ ਜਿਨ੍ਹਾਂ ਦੇ ਹਿਰਦੇ ਵਿੱਚ ਨਿਸ਼ਾਨੀਆਂ ਪ੍ਰਗਟ ਹੁੰਦਾ ਹੈ। ਲੱਖਾਂ ਸ਼ਾਇਰਾਂ ਦੇ ਵਿੱਚੋਂ ਕੋਈ ਇੱਕ ਸ਼ਾਇਰ ਐਸਾ ਹੁੰਦਾ ਹੈ ਜਿਹਦੇ ਹਿਰਦੇ ਵਿੱਚ ਗੁਰੂ ਦਾ ਸ਼ਬਦ ਪ੍ਰਗਟ ਹੋਵੇ। ਚਰਨ ਕਵਲ ਰਜ ਘੋਲ ਅੰਮ੍ਰਿਤ ਬਾਣੀਐ, ਅਤੇ ਜਿਹਦੇ ਹਿਰਦੇ ਵਿੱਚ ਸ਼ਬਦ ਪ੍ਰਗਟ ਹੈ, ਐਸਾ ਜਿਹੜਾ ਗੁਰੂ ਕਾ ਪਿਆਰਾ ਨਾ, ਚਰਨ ਕਵਲ ਰਜ ਘੋਲ, ਉਹਦੇ ਚਰਨਾਂ ਦੀ ਧੂੜੀ ਘੋਲੀ ਹੋਈ ਪਾਣੀ ਵਿੱਚ ਅੰਮ੍ਰਿਤ ਬਾਣੀ ਹੈ, ਉਹ ਅੰਮ੍ਰਿਤ ਵਰਗੀ ਹੈ। ਉਹਦੀ ਚਰਨ ਧੂੜ ਵੀ ਅਨੇਕਾਂ ਦਾ ਭਲਾ ਕਰਦੀ ਹੈ। ਗੁਰਮੁਖ ਪੀਤਾ ਰਜ ਅਕਥ ਕਹਾਣੀ ਹੈ, ਅਤੇ ਗੁਰਮੁਖਾਂ ਨੇ ਇਸ ਨੂੰ ਰੱਜ ਕੇ ਪੀਤਾ ਹੈ। ਭਾਵ ਉਹਨਾਂ ਨਾਮ ਰੰਗਿਆਂ ਜਿਨ੍ਹਾਂ ਦੇ ਹਿਰਦੇ ਵਿੱਚ ਸ਼ਬਦ ਪ੍ਰਗਟ ਹੋਇਆ, ਗੁਰਮੁਖਾਂ ਨੇ ਉਹਨਾਂ ਦੇ ਚਰਨਾਂ ਵਿੱਚ ਰਹਿ ਕਰਕੇ ਰੱਬੀ ਗੁਣ ਪ੍ਰਾਪਤ ਕੀਤੇ ਹੈ। ਨਿਰੰਕਾਰ ਦੀ ਬੰਦਗੀ ਕਰਦਿਆਂ ਹੋਇਆਂ ਉੱਚ ਪਦਵੀ 'ਤੇ ਪਹੁੰਚੇ ਹੈ, ਅਤੇ ਉਹਨਾਂ ਦੀ ਕਹਾਣੀ ਅਕਥ ਹੈ, ਕਥਨ ਨਹੀਂ ਕੀਤੀ ਜਾ ਸਕਦੀ। ਸੋ 15ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਬਖਸ਼ਿਸ਼ ਕਰਦੇ ਨੇ, ਨਿਰੰਕਾਰ ਜੋ ਹੈ ਨਾ ਉਹ ਬਿਆਨ ਤੋਂ ਬਾਹਰਾ ਹੈ, ਕਥਨ ਤੋਂ ਬਾਹਰਾ ਹੈ, ਅਕਥ ਹੈ। ਕਾਦਰ ਨੋ ਕੁਰਬਾਨ ਕੀਮ ਨ ਜਾਣੀਐ, ਇਹ ਸਾਰੀ ਕੁਦਰਤ ਨੂੰ ਰਚਣ ਵਾਲਾ ਜੋ ਕਾਦਰ ਹੈ ਨਾ ਪਰਮਾਤਮਾ, ਉਹਦੇ ਤੋਂ ਭਾਈ ਗੁਰਦਾਸ ਜੀ ਕਹਿੰਦੇ ਮੈਂ ਕੁਰਬਾਨ ਜਾਂਦਾ ਹਾਂ, ਕੀਮ ਨਾ ਜਾਣੀਐ, ਜਿਸ ਦੀ ਕੀਮਤ ਨਹੀਂ ਪਾਈ ਜਾ ਸਕਦੀ। ਕੇਵਡ ਵੱਡਾ ਹਾਣ ਆਖ ਵਖਾਣੀਐ, ਹਾਣ ਦਾ ਅਰਥ ਹੁੰਦਾ ਉਮਰ, ਉਹਦੀ ਉਮਰ ਕਿੱਡੀ ਕੁ ਵੱਡੀ ਹੈ, ਉਹ ਕਿੰਨੀ ਕੁ ਉਮਰ ਦਾ ਮਾਲਕ ਬਣ ਗਿਆ ਪਰਮਾਤਮਾ। ਆਖ ਵਖਾਣੀ ਹੈ, ਕੀ ਆਖ ਕੇ ਦਸੀਏ, ਕੁਝ ਨਹੀਂ ਦੱਸਿਆ ਜਾ ਸਕਦਾ ਇਸ ਦੇ ਬਾਰੇ। ਕੇਵਡ ਆਖਾਂ ਤਾਣ ਮਾਣ ਨਿਮਾਣੀਐ, ਫਿਰ ਉਸ ਦੇ ਤਾਣ ਨੂੰ, ਉਹਦੇ ਬਲ ਨੂੰ ਮੈਂ ਕਿੱਡਾ ਕੁ ਵੱਡਾ ਦੱਸਾਂ ਵੀ ਰੱਬ ਦੇ ਵਿੱਚ ਕਿੰਨਾ ਕੁ ਬਲ ਹੈ, ਉਹ ਮਿਣਤੀ ਤੋਂ ਬਾਹਰ ਹੈ। ਅਮਿਤੋਜ ਕਹੀਜੈ, ਹਰੇਕ ਦੇ ਬਲ ਦਾ ਮਾਪ ਡੰਡ ਹੈ। ਜਿਵੇਂ ਅੱਜ ਕੱਲ੍ਹ ਮੋਟਰ ਗੱਡੀਆਂ ਹੁੰਦੀਆਂ, ਟਰੈਕਟਰ ਹੁੰਦੇ ਆ, ਉਹਨਾਂ ਦਾ ਬਲ ਮਿਣਿਆ ਜਾਂਦਾ, ਹਾਊਸ ਪਾਵਰ ਕਿੰਨਾ ਹੈ, ਇਹ ਕਿੰਨੀ ਤਾਕਤ ਹੈ ਇਹਦੇ ਵਿੱਚ। ਮਨੁੱਖੀ ਸਰੀਰ ਦਾ ਬਲ ਵੀ ਮਿਣਿਆ ਜਾਂਦਾ ਹੈ, ਪਰ ਪਰਮਾਤਮਾ ਦਾ ਬਲ ਜਿਹੜਾ ਨਾ ਤਾਣ, ਭਾਈ ਗੁਰਦਾਸ ਜੀ ਕਹਿੰਦੇ ਨਹੀਂ ਦੱਸਿਆ ਜਾ ਸਕਦਾ। ਮਾਣ ਨਿਮਾਣੀ ਹੈ, ਉਹ ਨਿਮਾਣਿਆਂ ਨੂੰ ਮਾਣ ਬਖਸ਼ਣ ਵਾਲਾ ਹੈ। ਲੱਖ ਜਿਮੀ ਅਸਮਾਨ ਤਿਲ ਨਾ ਤੁਲਾਣੀ ਹੈ, ਲੱਖਾਂ ਧਰਤੀ ਆਕਾਸ਼ ਜਿਹੜੇ ਹੈ ਉਸ ਦੇ ਇੱਕ ਤਿਲ ਦੇ ਤੋਲ ਦੇ ਸਮਾਨ ਨਹੀਂ। ਲੱਖਾਂ ਧਰਤੀਆਂ, ਲੱਖਾਂ ਆਕਾਸ਼ ਜਿਹੜੇ ਨਿਰੰਕਾਰ ਨੇ ਬਣਾਏ ਹੈ ਨਾ, ਇੱਕ ਤਿਲ ਜਿੰਨਾ ਵੀ ਕੋਈ ਇਹਨਾਂ ਨੂੰ ਤੋਲ ਨਹੀਂ ਸਕਦਾ। ਐਸੀ ਨਿਰੰਕਾਰ ਦੀ ਰਚਨਾ ਹੈ। ਲੱਖਾਂ ਧਰਤੀਆਂ, ਲੱਖਾਂ ਅਸਮਾਨ ਜਿਹੜੇ ਹੈ ਉਹਦੇ ਇੱਕ ਤਿਲ ਦਾ ਵੀ ਤੋਲ ਨਹੀਂ ਹਨ, ਉਹ ਐਡਾ ਵੱਡਾ ਵਿਸ਼ਾਲ ਹੈ। ਕੁਦਰਤ ਲੱਖ ਜਹਾਨ ਹੋਏ ਹੈ ਰਾਣੀਐ, ਇਹ ਜਿਹੜੀ ਕੁਦਰਤ ਹੈ ਨਿਰੰਕਾਰ ਨੇ ਸਾਜੀ, ਇਹਦੇ ਵਿੱਚ ਲੱਖਾਂ ਹੀ ਜਹਾਨ ਹਨ, ਸੰਸਾਰ ਹਨ ਲੱਖਾਂ ਹੀ। ਹੋਏ ਹੈਰਾਨੀਐ, ਅਤੇ ਜਿਨ੍ਹਾਂ ਨੂੰ ਵੇਖ ਵੇਖ ਕੇ ਬੰਦਾ ਹੈਰਾਨ ਹੋ ਜਾਂਦਾ ਹੈ। ਕੋਟ ਬ੍ਰਹਿਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾਰੇ, ਪ੍ਰਤ ਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾ ਰੇ। ਸੋ ਲੱਖਾਂ ਹੀ ਕੁਦਰਤ ਅਤੇ ਲੱਖਾਂ ਹੀ ਜਹਾਨ ਜਿਹੜੇ ਉਹਨੇ ਸਾਜੇ ਹੈ, ਹੈਰਾਨ ਹੋ ਜਾਂਦਾ ਬੰਦਾ। ਸੁਲਤਾਨਾ ਸੁਲਤਾਨ ਹੁਕਮ ਨਿਸ਼ਾਨੀਐ, ਉਹ ਸੁਲਤਾਨਾਂ ਦਾ ਸੁਲਤਾਨ ਹੈ, ਬਾਦਸ਼ਾਹਾਂ ਦਾ ਵੱਡਾ ਬਾਦਸ਼ਾਹ ਹੈ ਪਰਮਾਤਮਾ।
ਹੁਕਮ ਨੀਸਾਣੀਐ, ਤੇ ਉਹਦਾ ਹੁਕਮ ਸਾਰੀਆਂ ਥਾਵਾਂ 'ਤੇ ਪ੍ਰਗਟ ਹੈ। ਲੱਖ ਸਾਇਰ ਨੈਸਾਣ ਬੂੰਦ ਸਮਾਣੀਐ, ਲੱਖਾਂ ਹੀ ਸਾਇਰ ਕਹਿੰਦੇ ਸਮੁੰਦਰ, ਨੈਸਾਣ ਨਦੀਆਂ, ਲੱਖਾਂ ਹੀ ਸਮੁੰਦਰ ਅਤੇ ਲੱਖਾਂ ਹੀ ਨਦੀਆਂ ਬੂੰਦ ਸਮਾਣੀਐ, ਪ੍ਰਭੂ ਦੀ ਇੱਕ ਬੂੰਦ ਦੇ ਵਿੱਚ ਸਮਾ ਜਾਂਦੇ, ਅਥਵਾ ਉਹਦੀ ਇੱਕ ਬੂੰਦ ਦੇ ਸਮਾਨ ਹਨ। ਇੱਕ ਛੋਟੀ ਜਿਹੀ ਜਿਵੇਂ ਬੂੰਦ ਹੁੰਦੀ ਹੈ ਨਾ ਪਾਣੀ ਦੀ, ਲੱਖਾਂ ਦਰਿਆ ਅਤੇ ਲੱਖਾਂ ਸਮੁੰਦਰ ਨਿਰੰਕਾਰ ਦੇ ਸਾਹਮਣੇ ਇੱਕ ਬੂੰਦ ਦੇ ਸਮਾਨ ਹਨ। ਕੂੜ ਅਖਾਣ ਵਖਾਣ ਅਕਥ ਕਹਾਣੀ ਹੈ, ਅਤੇ ਜਿਹੜੇ ਇਹ ਗੱਲਾਂ ਕਹਿੰਦੇ ਆ ਰੱਬ ਏਡਾ ਵੱਡਾ ਹੈ, ਉਹ ਏਡਾ ਕੁ ਹੈ, ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਦੇ ਵਖਾਣ ਤਾਂ ਝੂਠੇ ਨੇ, ਉਹਨਾਂ ਦੀਆਂ ਗੱਲਾਂ ਕਥਨ ਕੀਤੀਆਂ ਸਾਰੀਆਂ ਝੂਠੀਆਂ, ਉਹਨਾਂ ਦੇ ਕਥਨ ਝੂਠੇ ਵਖਿਆਨ ਹਨ, ਕਿਉਂਕਿ ਅਕਥ ਕਹਾਣੀ ਹੈ, ਉਹਦੀ ਕਹਾਣੀ ਅਕਥ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਨਿਰੰਕਾਰ ਐਸਾ ਹੈ। ਸਤਿਗੁਰੂ ਮਿਹਰ ਕਰਨ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਜੀ, ਅਗਾਂਹ ਵਾਸਤੇ ਸੁਮਤ ਬਖਸ਼ਣੀ। ਲੱਖ ਸਾਇਰ ਨੈਸਾਣ ਬੂੰਦ ਸਮਾਣੀਐ, ਕੂੜ ਅਖਾਣ ਵਖਾਣ ਅਕਥ ਕਹਾਣੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕ